ਮੁੱਦਾ USA ਦੇ ਪ੍ਰੋਗਰਾਮ 'ਚ ਅੱਜ ਤੁਹਾਡਾ ਸਵਾਗਤ ਹੈ। ਅੱਜ ਅਸੀਂ ਇੱਕ ਖਾਸ ਗੱਲਬਾਤ ਕਰਨ ਆਏ ਹਾਂ ਕਿ ਅਮਰੀਕਨ ਇਲੈਕਸ਼ਨ ਜੋ 3 ਨਵੰਬਰ ਨੂੰ ਹੋਈ ਸੀ, ਉਸ ਤੋਂ ਬਾਅਦ ਬਹੁਤ ਸਾਰੀਆਂ ਗੱਲਾਂ ਜੋ ਪਰਦੇ ਦੇ ਵਿੱਚ ਹੁੰਦੀਆਂ ਹਨ, ਉਹਨਾਂ ਦੇ ਬਾਰੇ ਸਾਨੂੰ ਕੁਝ ਪ੍ਰੋਫੈਸਰ ਸਲੂਜਾ ਜੀ ਐਕਸਪਲੇਨ ਕਰਨਗੇ। ਪ੍ਰੋਫੈਸਰ ਜੀ, ਤੁਹਾਡਾ ਬਹੁਤ ਬਹੁਤ ਸਵਾਗਤ ਹੈ PTC ਦੇ। ਧੰਨਵਾਦ ਹੋਤੀ ਸਾਹਿਬ, ਯਾਦ ਕਰਨ ਦਾ। ਤੁਸੀਂ ਜਦ ਵੀ ਯਾਦ ਕਰਦੇ ਹੋ ਦਾਸ ਹਾਜ਼ਰ ਹੁੰਦਾ, ਔਰ PTC ਦੇ ਦਰਸ਼ਕਾਂ ਦੇ ਨਾਲ ਗੱਲ ਕਰਕੇ ਤੇ ਬਹੁਤ ਹੀ ਸਵਾਦ ਆਉਂਦਾ, ਬਹੁਤ ਆਨੰਦ ਆਉਂਦਾ। ਤੁਹਾਡੇ ਜੋ ਵੀ ਸਵਾਲਾਤ ਹੈ ਉਹਦੇ ਬਾਰੇ ਮੈਨੂੰ ਬੜੀ ਖੁਸ਼ੀ ਹੋਏਗੀ ਉਹਨਾਂ ਦਾ ਜਵਾਬ ਦੇ ਕੇ। ਮੈਂ ਸਮਝਦਾ ਕਿ ਇੱਕ ਮੁੜ ਤੋਂ ਤੁਸੀਂ ਇੱਕ ਸਵਾਲ ਜਿਹੜਾ ਕਰਨਾ ਚਾਹੁੰਦੇ ਹੋ ਉਹ ਕਰੋ, ਉਸ ਦਾ ਜਵਾਬ ਮੈਂ ਤੁਹਾਨੂੰ ਦੇਣਾ। ਪ੍ਰੋਫੈਸਰ, 3 ਤਰੀਕ ਨੂੰ ਜਦੋਂ ਸ਼ਾਮ ਦੇ ਟਾਈਮ ਇਲੈਕਸ਼ਨ ਹੋਈ, ਖਤਮ ਹੋ ਗਿਆ ਸਾਡਾ ਸਾਰੇ ਇਲੈਕਸ਼ਨ ਦਾ ਪ੍ਰੋਸੈਸ, ਤੇ ਡੋਨਲਡ ਟਰੰਪ ਸਾਹਿਬ ਨੇ ਬਿਨਾਂ ਕੁਝ ਦੇਖੇ ਪੜ੍ਹੇ, ਬਿਨਾਂ ਕੁਝ ਸੋਚੇ ਕਹਿਣਾ ਸ਼ੁਰੂ ਕਰਤਾ ਕਿ ਮੈਂ ਜਿੱਤ ਗਿਆ। ਪਰ ਬੜੇ ਲੰਮਾ ਟਾਈਮ ਰਿਜ਼ਲਟ ਰੁਕ ਕੇ ਆਉਂਦੇ ਰਹੇ। ਇਹਦਾ ਕੀ ਹੋਤੀ ਸਾਹਿਬ, ਬੜੇ ਇੱਕ ਇੰਟਰਸਟਿੰਗ ਜਿਹਨੂੰ ਕਹਿੰਦੇ ਰੋਚਕ ਗੱਲ ਹੋਈ ਇਸ ਸਾਲ। ਹਾਂਜੀ। ਆਮ ਤੌਰ ਤੇ ਜਦ ਕਦੀ ਵੀ ਰਾਸ਼ਟਰਪਤੀ ਦੀਆਂ ਚੋਣਾਂ ਹੁੰਦੀਆਂ ਨੇ ਜੀ, ਤੇ 3 ਤਰੀਕ ਨੂੰ ਜਿਸ ਵੇਲੇ ਪੋਪੂਲਰ ਵੋਟਸ ਦੀ ਕਾਊਂਟਿੰਗ ਹੋ ਜਾਂਦੀ ਹੈ ਜੀ, ਉਹਦੇ ਬਾਅਦ ਜਿਹੜਾ ਹਾਰਦਾ ਹੋਇਆ ਕੈਂਡੀਡੇਟ ਹੈ ਉਹ ਬੜਾ ਗ੍ਰੇਸਫੁਲੀ ਕਹਿੰਦਾ ਜੀ ਮੈਂ ਹਾਰ ਗਿਆ, ਔਰ ਉਹ ਮੁਬਾਰਕਬਾਦ ਦਿੰਦਾ ਜਿੱਤਣ ਵਾਲੇ ਨੂੰ। ਜੀ, ਤੁਹਾਡੀ ਗੱਲ ਠੀਕ ਹੈਗੀ ਕਿ ਕਈ ਜਗ੍ਹਾ ਤੇ ਇਸ ਵਾਰੀ ਵੋਟਾਂ ਦੇ ਗਿਣਤੀ ਦੇ ਵਿੱਚ ਸਮਾਂ ਲੱਗਿਆ। ਜੀ। ਦਰਸ਼ਕੋ, ਉਸ ਦਾ ਕਾਰਨ ਇਸ ਵਾਰੀ ਇਹ ਹੋਇਆ ਕਿ ਬਹੁਤ ਵੱਡੀ ਸੰਖਿਆ ਵਿੱਚ ਲੋਕਾਂ ਨੇ ਮੇਲ ਇਨ ਵੋਟਿੰਗ ਦਾ ਇਸਤੇਮਾਲ ਕੀਤਾ, ਜਿਹੜਾ ਕਹਿਣ ਦਾ ਮਤਲਬ ਹੈ ਕਿ ਆਪ ਜਾ ਕੇ ਵੋਟ ਨਹੀਂ ਪਾਣਾ। ਜਿਵੇਂ ਕਿ ਹਿੰਦੁਸਤਾਨ ਦੇ ਹਰ ਇੱਕ ਨੂੰ ਜ਼ਰੂਰੀ ਹੈਗਾ ਕਿ ਜਾ ਕੇ ਆਪ ਤੁਸੀਂ ਵੋਟ ਪਾਓ, ਸਿਰਫ ਫੌਜੀਆਂ ਨੂੰ ਇੱਕ ਜਿਹੜੀ ਹੈਗੀ ਇਹਦੇ ਵਿੱਚ ਗੁੰਜਾਇਸ਼ ਦਿੱਤੀ ਗਈ ਹੈ ਕਿ ਉਹ ਆਪਣਾ ਵੋਟ ਜਿਹੜਾ ਹੈਗਾ ਉਹ ਡਾਕ ਰਾਹੀਂ ਭੇਜ ਸਕਦੇ ਹਨ। ਲੇਕਿਨ ਅਮਰੀਕਾ ਦੇ ਵਿੱਚ ਜ਼ਿਆਦਾਤਰ ਇਹੋ ਰਿਹਾ ਅੱਜ ਤੱਕ ਕਿ ਲੋਕੀ ਜਾਂਦੇ ਹੈ, ਵੋਟ ਪਾਉਂਦੇ ਹੈ, ਔਰ ਉਹ ਵੋਟ ਨਾਲ ਦੇ ਨਾਲ ਗਿਣੇ ਜਾਂਦੇ ਹੈ, ਔਰ ਉਸ ਕਰਕੇ 3 ਤਰੀਕ ਨੂੰ ਰਾਤ ਤੱਕ ਲੋਕਾਂ ਨੂੰ ਪਤਾ ਲੱਗ ਜਾਂਦਾ ਕਿ ਕਿਹੜਾ ਬੰਦਾ ਜੋ ਹੈ ਜਿੱਤ ਗਿਆ। ਲੇਕਿਨ ਇਸ ਵਾਰੀ ਕਿਉਂਕਿ ਡਾਕ ਰਾਹੀਂ ਮਿਲੀਅਨਸ ਆਫ ਵੋਟ ਜਿਹੜੇ ਸੀਗੇ, ਔਰ ਜ਼ਿਆਦਾਤਰ ਵੋਟ ਜਿਹੜੇ ਡਾਕ ਰਾਹੀਂ ਗਏ, ਇਸ ਕਰਕੇ ਉਹਨਾਂ ਦੀ ਗਿਣਤੀ ਵੀ ਤੈਅ ਹੋ ਗਿਆ। ਕਈ ਸਟੇਟਸ ਨੇ ਇਹ ਕੀਤਾ ਕਿ ਸਾਰੇ ਜਿਸ ਵੇਲੇ ਵੋਟ ਇਕੱਠੇ ਗਿਣਤੀ ਹੋਣਗੇ, ਔਰ ਉਹ ਵੋਟ ਗਿਣਤੀ ਤਾਂ ਹੋਣਗੇ ਜਿਸ ਵੇਲੇ ਜਾ ਕੇ ਲੋਕਾਂ ਨੇ ਜੋ ਪਰਸਨਲੀ ਵੋਟਾਂ ਪਾਈਆਂ ਉਹਨਾਂ ਦੀ ਗਿਣਤੀ ਖਤਮ ਹੋ ਜਾਏਗੀ, ਉਹਦੇ ਬਾਅਦ ਉਹ ਵੋਟਾਂ ਕਾਊਂਟ ਹੋਣਗੀਆਂ, ਡਾਕ ਵਾਲੇ। ਉਹਦੇ ਕਰਕੇ ਬਹੁਤ ਹੀ ਸਮਾਂ ਲੱਗਿਆ। ਲੇਕਿਨ ਇੱਕ ਬੜੀ ਹੈਰਾਨੀ ਦੀ ਗੱਲ ਹੈ ਕਿ ਅਗਰ ਕੋਈ ਪਹਿਲਾਂ ਤੋਂ ਹੀ ਕਹਿ ਦੇਵੇ ਕਿ ਮੈਂ ਜਿੱਤ ਰਿਹਾ ਜਦ ਕਿ ਹਾਲੇ ਵੋਟਾਂ ਦੀ ਪੂਰੀ ਗਿਣਤੀ ਨਹੀਂ ਹੋਈ ਜੀ, ਤਾਂ ਉਹ ਇੱਕ ਬੜੀ ਹਾਸੋਹੀਣੀ ਗੱਲ ਹੈ। ਔਰ ਅੱਜ ਮੇਰਾ ਖਿਆਲ ਹੈ ਕਿ ਟਰੰਪ ਸਾਹਿਬ ਨੂੰ ਸ਼ਰਮਿੰਦਗੀ ਹੋ ਰਹੀ ਹੋਏਗੀ ਕਿ ਉਹਨਾਂ ਨੇ ਇੰਨੀ ਵੱਡੀ ਗੱਲ ਆਪਣੀ ਜਿੱਤ ਦੇ ਬਾਰੇ ਕਹਿ ਦਿੱਤੀ ਜਦ ਕਿ ਉਹਦੇ ਕੋਈ ਬੁਨਿਆਦ ਨਹੀਂ ਸੀ। ਇਹ ਟਰੰਪ ਸਾਹਿਬ ਤਾਂ ਹੱਲੇ ਵੀ ਵੈਸੇ ਨਹੀਂ ਮੰਨ ਰਹੇ, ਪਰ ਇਸ ਵਾਰ ਇੱਕ ਹੋਰ ਰੋਚਕ ਗੱਲ ਦੇਖਣ 'ਚ ਇਹ ਆਈ ਕਿ ਅਦਾਲਤੀ ਕਾਰਵਾਈਆਂ ਬਹੁਤ ਜ਼ਿਆਦਾ ਹੋਈਆਂ ਤਾਂ ਕੋਈ ਸਿਰੇ ਵੀ ਨਹੀਂ ਚੜੀ। ਇਹ ਕੀ ਸੀ ਚੱਕਰ? ਕਿੰਨੇ ਪਹਿਲੀ ਤਾਂ ਗੱਲ ਕਿੰਨੇ ਲਾਸੂਟ ਹੋਏ? ਮੇਰਾ ਖਿਆਲ ਅਗਰ ਮੈਂ ਭੁੱਲ ਨਹੀਂ ਰਿਹਾ ਤੇ ਹੋਤੀ ਸਾਹਿਬ 50 ਤੋਂ ਉੱਪਰ ਹੋਏ ਹਨ, ਸ਼ਾਇਦ 51 ਟੋਟਲ ਲਾਸੂਟਸ ਹੋਏ ਹਨ ਜੀ। ਔਰ ਕਿਸੇ ਇੱਕ ਲਾਸੂਟ ਨੂੰ ਵੀ ਪੂਰੀ ਤਰੀਕੇ ਦੇ ਨਾਲ ਕਿਸੇ ਵੀ ਕੋਰਟ ਨੇ ਸਵੀਕਾਰ ਨਹੀਂ ਕੀਤਾ ਜੀ। ਅਗਰ ਕਿਤੇ ਪੈਨਸਿਲਵਾਨੀਆ ਦੇ ਵਿੱਚ ਕੋਈ ਇੱਕ ਛੋਟੀ ਮੋਟੀ ਕਿਤੇ ਜੱਜ ਨੇ ਛੂਟ ਦਿੱਤੀ, ਕੋਈ ਮੰਗ ਮੰਨੀ, ਤੇ ਉਸ ਦਾ ਕੋਈ ਪ੍ਰਭਾਵ ਇਲੈਕਸ਼ਨ ਉੱਤੇ ਨਹੀਂ ਸੀ ਹੋਣਾ ਜੀ। ਮਜ਼ੇ ਦੀ ਗੱਲ ਇਹ ਦੇਖੋ ਕਿ ਕੋਈ ਕੋਰਟ ਐਸੀ ਨਹੀਂ ਛੱਡੀ ਰਿਪਬਲਿਕਨਸ ਨੇ, ਚਾਹੇ ਉਹ ਐਰੀਜ਼ੋਨਾ ਦੀ ਹੋਵੇ, ਚਾਹੇ ਪੈਨਸਿਲਵੇਨੀਆ ਦੇ ਹੋਵੇ, ਚਾਹੇ ਜਾਰਜੀਆ ਦੀ ਹੋਵੇ ਜੀ, ਟੈਕਸਸ ਦੀ ਹੋਵੇ, ਮਿਸ਼ੀਗਨ ਦੀ ਹੋਵੇ, ਵਿਸਕੌਨਸਿਨ ਦੀ ਹੋਵੇ। ਔਰ ਉਹਦੇ ਬਾਅਦ ਕਿਉਂਕਿ ਟਰੰਪ ਸਾਹਿਬ ਨੂੰ ਇਸ ਗੱਲ ਦਾ ਬਹੁਤ ਕਿਤੇ ਵਿਸ਼ਵਾਸ ਸੀ ਜੀ ਕਿ ਉਹਨਾਂ ਨੇ ਪਿਛਲੇ ਦਿਨਾਂ ਆਪਣੇ ਕਾਰਜਕਾਲ ਦੇ ਦੌਰਾਨ 3 ਸੁਪਰੀਮ ਕੋਰਟ ਦੇ ਜੱਜਸ ਬਣਾਏ, ਔਰ ਸੁਪਰੀਮ ਕੋਰਟ ਦੇ ਵਿੱਚ ਰਿਪਬਲਿਕਨ ਜੱਜਸ ਦਾ ਬਹੁਤ ਹੀ ਵੱਡੀ ਮੈਜੋਰਿਟੀ ਹੈ ਜੀ। ਔਰ ਇਹਨਾਂ ਨੇ ਪਹਿਲਾਂ ਵੀ ਇਸ਼ਾਰੇ ਵਿੱਚ ਕੀ ਸਾਫ਼ ਵੀ ਕਈ ਵਾਰੀ ਕਹਿ ਦਿੱਤਾ ਕਿ ਜਦ ਮਸਲਾ ਕਦੀ ਸੁਪਰੀਮ ਕੋਰਟ ਜਾਏਗਾ ਤਾਂ ਸਾਡੇ ਜੱਜਸ ਬੈਠੇ ਹੋਏ ਹਨ ਜੀ। ਲੇਕਿਨ ਕਹਿੰਦੇ ਨਾ ਕਿ ਅਖੀਰਲਾ ਜਿਹੜਾ ਇਹਨਾਂ ਦਾ ਇੱਕ ਵਿਸ਼ਵਾਸ ਸੀ ਸੁਪਰੀਮ ਕੋਰਟ ਤੇ, ਉਹ ਵੀ
ਪਿਛਲੇ ਸ਼ੁੱਕਰਵਾਰ ਨੂੰ ਟੁੱਟ ਗਿਆ, ਜਿਸ ਵੇਲੇ ਸੁਪਰੀਮ ਕੋਰਟ ਨੇ ਟੈਕਸਸ ਵੱਲੋਂ ਦਾਇਰ ਕੀਤੀ ਗਈ ਯਾਚਕਾ ਜਿਹਦੇ ਵਿੱਚ ਕਿਹਾ ਗਿਆ ਕਿ ਇਹ ਜਿਹੜੇ ਵਿਸਕੌਨਸਿਨ, ਮਿਸ਼ੀਗਨ, ਪੈਨਸਿਲਵੇਨੀਆ, ਜਾਰਜੀਆ, ਐਰੀਜ਼ੋਨਾ ਦੇ ਜਿਹੜੇ ਰਿਜ਼ਲਟਸ ਨੇ ਇਹਨਾਂ ਨੂੰ ਰਿਵਰਸ ਕਰ ਦਿੱਤਾ ਜਾਏ, ਖਾਰਜ ਕਰ ਦਿੱਤਾ ਜਾਏ। ਇਸ ਗੱਲ ਨੂੰ ਸੁਪਰੀਮ ਕੋਰਟ ਨੇ ਨਹੀਂ ਮੰਨਿਆ। ਸੋ ਆਖਰੀ ਜਿਹੜੀ ਉਮੀਦ ਸੀ ਕਾਨੂੰਨੀ ਲੜਾਈ ਦੇ ਵਿੱਚ ਜਿੱਤ ਹਾਸਿਲ ਕਰਨ ਦੀ ਰਿਪਬਲਿਕਨ ਪਾਰਟੀ ਦੀ, ਉਹ ਟੁੱਟ ਗਈ। ਦੁੱਖ ਦੀ ਗੱਲ ਹੈ ਕਿ ਜਿਹੜਾ ਉਹਨਾਂ ਦਾ ਸਿਪਾਹ ਸਾਲਾਰ ਜੁਲਿਆਨੀ ਹੈ, ਜਿਹੜਾ ਵਕੀਲ, ਉਹ ਵਿਚਾਰੇ ਨੂੰ ਕੋਰੋਨਾ ਹੋ ਗਿਆ। ਪਰਮਾਤਮਾ ਉਹਨੂੰ ਸਿਹਤ ਬਖਸ਼ੇ। ਲੇਕਿਨ ਜੁਲਿਆਨੀ ਸਾਹਿਬ ਨੇ ਵੀ ਬਹੁਤ ਗਲਤ ਸਲਾਹ ਰਿਪਬਲਿਕਨ ਪਾਰਟੀ ਨੂੰ, ਟਰੰਪ ਨੂੰ ਦਿੱਤੀ। ਐਸੇ ਸੁਪਨੇ ਦਿਖਾਏ ਕਿ ਬਸ ਕੁਛ ਨਹੀਂ, ਟਰੰਪ ਸਾਹਿਬ ਤੁਸੀਂ ਰਹੋਗੇ ਪ੍ਰੈਜ਼ੀਡੈਂਟ, ਕੋਈ ਹੋਰ ਆ ਹੀ ਨਹੀਂ ਸਕਦਾ। ਸੋ ਇਸ ਭੁਲੇਖੇ ਵਿੱਚ ਟਰੰਪ ਸਾਹਿਬ ਮਾਰੇ ਗਏ। ਜਿਹੜਾ ਇੱਕ ਸਰਟੀਫਿਕੇਸ਼ਨ ਨੂੰ ਰੋਕਣ ਦੀਆਂ ਕੋਸ਼ਿਸ਼ਾਂ ਟਰੰਪ ਟੀਮ ਵੱਲੋਂ ਜਾਂ ਰਿਪਬਲਿਕਨ ਟੀਮ ਵੱਲੋਂ ਕੀਤੀਆਂ ਜਾਂਦੀਆਂ ਰਹੀਆਂ, ਉਹ ਕੀ ਪ੍ਰੋਸੈਸ ਹੈ ਸਰਟੀਫਿਕੇਸ਼ਨ ਦਾ? ਸਰਟੀਫਿਕੇਸ਼ਨ ਦਾ ਪ੍ਰੋਸੈਸ ਇਹ ਹੁੰਦਾ ਕਿ ਜਿਸ ਵੇਲੇ ਪੋਪੂਲਰ ਵੋਟ ਕੋਈ ਕੈਂਡੀਡੇਟ ਜ਼ਿਆਦਾ ਲੈ ਕੇ ਜਿੱਤ ਰਿਹਾ ਹੁੰਦਾ, ਉਸ ਵੇਲੇ ਅਗਰ ਉਹਦੀ ਕਲੀਅਰ ਮੈਜੋਰਿਟੀ ਸਾਬਿਤ ਹੁੰਦੀ ਹੈ, ਅਗਰ ਫਰਕ 0.5% ਤੋਂ 1% ਦਾ ਹੈ ਜੀ, ਤੇ ਉਹਦੀ ਰੀਕਾਊਂਟ ਦੀ ਹੋ ਸਕਦੀ ਹੈ ਦੁਬਾਰਾ। ਹਾਂਜੀ, ਕਈ ਸਟੇਟ ਦੇ ਉਹ ਕਹਿੰਦੇ ਅਸੀਂ ਖੁਦ ਕਰ ਦਿੰਦੇ ਆ, ਕਈ ਜਗ੍ਹਾ ਤੇ ਡਿਮਾਂਡ। ਹੁਣ ਬੜੀ ਇੱਕ ਰੋਚਕ ਗੱਲ ਹੈ ਮੁਫਤੀ ਸਾਹਿਬ, ਹਾਸੋਹੀਣੀ ਗੱਲ ਵੀ ਹੈ ਕਿ ਜਾਰਜੀਆ ਦਾ ਇਲੈਕਸ਼ਨ ਹੋਇਆ। ਹਾਂਜੀ, ਬਾਈਡਨ ਟਰੰਪ ਸਾਹਿਬ ਤੋਂ ਅੱਗੇ ਸੀਗਾ ਜੀ। ਇਹਨਾਂ ਨੇ ਕਿਹਾ ਜੀ ਅਸੀਂ ਬਾਈ ਹੈਂਡ ਕਾਊਂਟ ਚਾਹੁੰਦੇ ਆ, ਹੱਥਾਂ ਨਾਲ ਕਾਊਂਟ ਚਾਹੁੰਦੇ ਆ, ਮਸ਼ੀਨ ਦੇ ਉੱਤੇ ਸਾਨੂੰ ਭਰੋਸਾ ਨਹੀਂ ਹੈ, ਮਸ਼ੀਨ ਜਿਹੜੀ ਹੈਗੀ ਇਹਦੇ 'ਚ ਹੇਰਾਫੇਰੀ ਹੋ ਗਈ ਹੈ। ਹਾਂਜੀ, ਸੋ ਇਹਨਾਂ ਨੇ ਹੇਰਾਫੇਰੀਆਂ ਦੀਆਂ ਕਹਾਣੀਆਂ ਤੇ ਇੱਕ ਵੋਟਰ ਜਿਹੜੇ ਸੀਗੇ ਉਹ ਮਰ ਗਏ ਸੀਗੇ, ਉਹ ਵੋਟ ਪਾ ਗਏ। ਵੋਟਰ ਇੱਥੇ ਰਹਿੰਦਾ ਨਹੀਂ, ਉਹ ਵੋਟ ਪਾ ਗਏ। ਹਾਂਜੀ, ਵੋਟਰ ਫਰਾਡ ਹੋ ਗਿਆ ਔਰ ਉਹਦੇ ਬਾਅਦ ਮਸ਼ੀਨਾਂ ਤੱਕ ਨੂੰ ਉਹਨਾਂ ਨੇ ਕਹਿ ਦਿੱਤਾ ਕਿ ਇਹਦੇ ਵਿੱਚ ਹੇਰਾਫੇਰੀ ਮਸ਼ੀਨ ਗਲਤ ਹੈ। ਤੋ ਇਹ ਸਾਰੇ ਜਿਹੜੇ ਸੀਗੇ ਇਹਨਾਂ ਨੇ ਹੱਥਕੰਡੇ ਇਸਤੇਮਾਲ ਕੀਤੇ। ਔਰ ਇਹ ਜਿਹੜੀ ਤੁਹਾਡਾ ਸਵਾਲ ਸੀਗਾ ਕਿ ਕਿਸ ਤਰੀਕੇ ਨਾਲ ਸਰਟੀਫਿਕੇਸ਼ਨ ਹੁੰਦਾ, ਜਿਸ ਵੇਲੇ ਸਟੇਟ ਦਾ ਇਲੈਕਸ਼ਨ ਬੋਰਡ ਸੈਟੀਸਫਾਈਡ ਹੁੰਦਾ ਫਾਈਨਲ ਕਾਊਂਟ ਕਰਕੇ। ਫਾਈਨਲ ਕਾਊਂਟ ਮੈਂ ਤਾਂ ਕਹਿ ਰਿਹਾ ਕਿ ਜੇ ਕਿਸੇ ਨੇ ਕੋਈ ਆਬਜੈਕਸ਼ਨ ਕੀਤਾ ਔਰ ਉਹਦਾ ਆਬਜੈਕਸ਼ਨ ਵੈਲਿਡ ਹੈ ਤਾਂ ਦੁਬਾਰਾ ਕਾਊਂਟ ਹੋ ਸਕਦਾ। ਔਰ ਜਾਰਜੀਆ ਦੇ ਇੱਕ ਵਾਰੀ ਨਹੀਂ, 3 ਵਾਰੀ ਹੋਇਆ, 3 ਵਾਰੀ ਵੀ ਕਾਊਂਟਿੰਗ ਹੋਈ ਹੈ। ਹਾਂਜੀ, ਤੋਂ ਇੱਕ ਮੈਂ ਤੁਹਾਡੇ ਕੋਲ ਹੋਰ ਸਵਾਲ ਬੜਾ ਰੋਚਕ ਪੁੱਛਣਾ ਚਾਹਾਂਗਾ। ਜੇ ਅਸੀਂ ਐਰੀਜ਼ੋਨਾ ਜਾਂ ਜਾਰਜੀਆ ਜਾਂ ਇਹੋ ਜਿਹੀਆਂ ਸਟੇਟਾਂ ਨੂੰ ਦੇਖਦੇ ਹਾਂ ਜਿਹੜੀਆਂ ਫਲਿੱਪ ਕਰ ਗਈਆਂ ਜੀ, ਠੀਕ ਹੈ ਨਾ, ਉਹਨਾਂ ਦੇ ਵਿੱਚ ਅਗਰ ਦੇਖਦੇ ਹਾਂ ਤਾਂ ਸਟੇਟ ਸਾਰੀ ਲਾਲ ਰੰਗ ਦੀ, ਕਿਉਂਕਿ ਲਾਲ ਰੰਗ ਰਿਪਬਲਿਕਨ ਪਾਰਟੀ ਦਾ, ਤੇ ਉਹ ਇਹਦੇ ਇੱਕ ਖੁੰਝੇ 'ਚ 1-2 ਜਗ੍ਹਾ ਦੇ ਉੱਤੇ ਨੀਲਾ ਨਿਸ਼ਾਨ ਹੈ, ਤੇ ਉਹ ਸਟੇਟ ਕਹਿੰਦੇ ਜੀ ਇਹ ਨੀਲੀ ਹੋ ਗਈ। ਇਹ ਕੀ ਚੱਕਰ ਹੈ? ਇਸ ਤਰ੍ਹਾਂ ਹੈ ਜਨਾਬ ਕਿ ਜਿਸ ਵੇਲੇ ਇੱਕ ਸਟੇਟ ਦਾ ਕਰੈਕਟਰ ਕਿਹੜੀ ਪਾਰਟੀ ਨੂੰ ਬਿਲੋਂਗ ਕਰਦਾ, ਕਿਉਂਕਿ ਇੱਥੇ ਤੁਸੀਂ ਦੇਖੋ ਕਾਂਗਰੈਸ਼ਨਲ ਡਿਸਟ੍ਰਿਕਟ ਜਿਹੜੀਆਂ ਨੇ ਉਹ ਵੀ ਇਸੇ ਆਧਾਰ ਤੇ ਬਣਾਈਆਂ ਜਾਂਦੀਆਂ ਕਿ ਰਿਪਬਲਿਕਨ ਹੈ ਔਰ ਡੈਮੋਕ੍ਰੇਟ ਹੈ। ਹਾਂਜੀ, ਇਸੇ ਗੱਲੇ ਕੋਸ਼ਿਸ਼ ਇਹ ਹੁੰਦੀ ਹੈ ਕਿ ਇੱਕ ਡਿਸਟ੍ਰਿਕਟ ਦੇ ਵਿੱਚ ਜ਼ਿਆਦਾ ਆਪਣੇ ਬੰਦੇ ਵੋਟਰ ਹੋਣ ਤਾਂ ਕਿ ਉਹ ਡਿਸਟ੍ਰਿਕਟ ਜਿਹੜੀ ਹੈਗੀ ਉਹ ਸਾਡੀ ਹੋਵੇ ਜੀ। ਇਹ ਕੋਸ਼ਿਸ਼ ਦੋਵਾਂ ਪਾਰਟੀ ਦੀ ਹੁੰਦੀ ਹੈ। ਹੁਣ ਜਿਹੜੀ ਤੁਸੀਂ ਕਿਹਾ, ਇੱਕ ਵਰਡ ਤੁਸੀਂ ਕੀਤਾ ਯੂਜ਼, ਫਲਿੱਪ। ਹਾਂਜੀ, ਫਲਿੱਪ ਦਾ ਹੁੰਦਾ ਪਾਸਾ ਪਲਟ ਲੈਣਾ। ਹਾਂਜੀ, ਤੋ ਜਿਹੜੀਆਂ ਇਹ ਸਟੇਟਸ ਰੈਡ ਸੀਗੀਆਂ, ਜਿਹੜੀਆਂ ਕਿ ਰਿਪਬਲਿਕਨ ਸੀਗੀਆਂ, ਉੱਥੇ ਦੇ ਵੋਟਰਸ ਨੇ ਕਿਉਂਕਿ ਰਿਪਬਲਿਕਨ ਨੂੰ ਨਹੀਂ ਜਿਤਾਇਆ, ਡੈਮੋਕ੍ਰੇਟ ਨੂੰ ਜਿਤਾ ਦਿੱਤਾ। ਇਸ ਗੱਲੇ ਇਹ ਕਿਹਾ ਜਾ ਸਕਦਾ ਹੈ ਕਿ ਇਹ ਜਿਹੜੀ ਹੈਗੀ ਸਟੇਟ ਹੁਣ ਫਲਿੱਪ ਕਰ ਗਈ ਹੈ, ਉਹਨੇ ਰੰਗ ਬਦਲ ਲਿਆ, ਲਾਲ ਤੋਂ ਨੀਲਾ ਹੋ ਗਿਆ। ਨਹੀਂ, ਪਰ ਮੈਂ ਜਿਹੜੀ ਗੱਲ ਕਹਿਣਾ ਕਿ ਆਮ ਤੌਰ ਤੇ ਸਾਰੀ ਸਟੇਟ ਉਹ ਲਾਲ ਹੁੰਦੀ ਹੈ, ਤੇ ਇੱਕ ਛੋਟਾ ਜਿਹਾ ਸ਼ਹਿਰ ਜਿਸ ਤਰ੍ਹਾਂ ਪੈਨਸਿਲਵੇਨੀਆ ਦੇ ਵਿੱਚ ਫਿਲਾਡੈਲਫੀਆ, ਉਹ ਫਿਲਾਡੈਲਫੀਆ ਦੇ ਵੋਟਾਂ ਨੇ ਸਾਰੀ ਸਟੇਟ ਦੀਆਂ ਵੋਟਾਂ ਨੂੰ ਮਾਤ ਪਾ ਦਿੱਤੀ। ਮੈਂ ਤੁਹਾਨੂੰ ਇੱਥੇ ਰੋਕ ਕੇ ਗੱਲ ਕਹਾਂ, ਮੈਂ ਤੁਹਾਨੂੰ ਪਹਿਲਾਂ ਕਿਹਾ ਸੀ ਨਾ ਡਿਸਟ੍ਰਿਕਟ, ਹਾਂਜੀ, ਡਿਸਟ੍ਰਿਕਟਸ ਹੁੰਦੀਆਂ, ਇਹ ਡਿਸਟ੍ਰਿਕਟਸ ਦੇ ਆਧਾਰ ਉੱਤੇ ਹੁੰਦਾ ਤਾਂ ਕਿ ਬਈ ਆ ਲਾਲ ਹੈ ਜਾਂ ਨੀਲਾ ਏਰੀਆ। ਹਾਂ, ਠੀਕ ਹੈ ਨਾ। ਹੁਣ ਤੁਸੀਂ ਦੇਖੋ ਆਪਣੇ ਨਿਊਯਾਰਕ ਦੇ ਦੇਖੋ ਜੀ, ਨਿਊਯਾਰਕ ਦੇ ਜ਼ਿਆਦਾਤਰ ਕਾਂਗਰੈਸ਼ਨਲ ਡਿਸਟ੍ਰਿਕਟ ਜਿਹੜੀਆਂ ਨੇ ਉਹ ਬਲੂ ਹੈ। ਇੱਧਰ ਚਲੇ ਜਾਓ ਥੋੜਾ ਜਿਹਾ ਲੌਂਗ ਆਈਲੈਂਡ ਦੇ ਵਿੱਚ ਜਾਂ ਅਪਸਟੇਟ ਚਲੇ ਜਾਓ ਤੇ ਉਹ ਕਾਂਗਰੈਸ਼ਨਲ ਡਿਸਟ੍ਰਿਕਟ ਜਿਹੜੀਆਂ ਹੈਗੀਆਂ ਉਹ ਰੈੱਡ ਹੈ। ਤੇ ਉੱਥੇ ਮੰਨ ਲਓ ਕਿ ਬਾਈਡਨ ਨੂੰ ਵੋਟ ਪੈ ਜਾਂਦੇ ਜ਼ਿਆਦਾ
ਤੇ ਕਿਹਾ ਜਾਣਾ ਸੀਗਾ ਕਿ ਉਹ ਫਲਿੱਪ ਕਰ ਗਈ ਡਿਸਟ੍ਰਿਕਟ ਜਿਹੜੀ ਹੈ ਜੀ, ਉਹ ਜੀ। ਡਿਸਟ੍ਰਿਕਟ ਨਹੀਂ ਰਹੀ। ਅਗਲੇ ਇਲੈਕਸ਼ਨ ਦੇ ਤੁਸੀਂ ਜਿਸ ਵੇਲੇ ਰੀਡਰਾ ਹੋਏਗਾ ਦੁਬਾਰਾ ਤੋਂ ਇਹ ਡਿਸਟ੍ਰਿਕਟ ਬਣਨਗੀਆਂ, ਉਸ ਵੇਲੇ ਤੁਸੀਂ ਦੇਖੋਗੇ ਕਿ ਅੱਜ ਦਾ ਜਿਹੜਾ ਨਕਸ਼ਾ ਹੈਗਾ ਲਾਲ ਔਰ ਨੀਲਾ ਇਹ ਬਦਲ ਚੁੱਕਿਆ ਹੋਏਗਾ, ਚੇਂਜ ਹੋ ਜਾਏਗਾ। ਚੇਂਜ ਹੋ ਜਾਏਗਾ। ਇੱਕ ਹੋਰ ਮੈਂ ਤੁਹਾਡੇ ਤੋਂ ਗੱਲ ਇਹ ਪੁੱਛਣੀ ਚਾਹੂੰਗਾ ਕਿ ਬਹੁਤ ਸਾਰੀਆਂ ਜਿਹੜੀਆਂ ਸੀਟਾਂ ਘਟਦੀਆਂ ਵੱਧਦੀਆਂ ਰਹਿੰਦੀਆਂ। ਜਦੋਂ ਮੈਂ ਇੱਕ ਦਰਸ਼ਕਾਂ ਨੂੰ ਵੀ ਇਹ ਗੱਲ ਯਾਦ ਕਰਾਉਣਾ ਚਾਹੁੰਦਾ ਕਿ ਜਦੋਂ ਜਨਗਣਨਾ ਜਾਂ ਸੈਂਸਸ ਹੋ ਰਹੀ ਸੀ ਤਾਂ ਉਦੋਂ ਇਹ ਕਿਹਾ ਜਾ ਰਿਹਾ ਸੀ ਕਿ ਨਿਊਯਾਰਕ ਦੀਆਂ ਸੀਟਾਂ ਪਿਛਲੇ 50 ਸਾਲ ਵਿੱਚ ਬਹੁਤ ਘਟੀਆਂ। ਸੋ ਇਹਦਾ ਕੀ ਕਾਰਨ ਹੈ? ਇਹਦਾ ਬੜਾ ਸਿੰਪਲ ਜਿਹਾ ਹੈਗਾ ਕਿ ਜਿਹੜੇ ਵੋਟਰਸ ਹੈਗੇ ਉਹ ਜਿਸ ਪਾਰਟੀ ਦੇ ਵੋਟਰਸ ਹੈਗੇ, ਜਿਸ ਪਾਰਟੀ ਦੇ ਵੋਟਰ ਜਿਸ ਡਿਸਟ੍ਰਿਕਟ ਦੇ ਜ਼ਿਆਦਾ ਹੁੰਦੇ ਆ ਉਹਦਾ ਰੰਗ ਉਹੋ ਜਿਹਾ ਹੋ ਜਾਂਦਾ। ਠੀਕ ਹੈ। ਤੋ ਇਸ ਤੋਂ ਇਲਾਵਾ ਮੈਂ ਨਹੀਂ ਸਮਝਦਾ ਕਿ ਹੋਰ ਤੁਹਾਡੇ ਸਵਾਲ ਦਾ ਕੋਈ ਹੋਰ ਇਸ ਤੋਂ ਇਲਾਵਾ ਕੋਈ ਅਲੱਗ ਜਵਾਬ ਹੋ ਸਕਦਾ। ਦਰਸ਼ਕੋ, ਇੱਥੇ ਇੱਕ ਛੋਟੇ ਜਿਹੇ ਬ੍ਰੇਕ ਵਾਸਤੇ ਅਸੀਂ ਰੁਕਾਂਗੇ, ਪਰੰਤੂ ਬਣੇ ਰਹਿਣਾ ਸਾਡੇ ਨਾਲ। ਬ੍ਰੇਕ ਤੋਂ ਬਾਅਦ ਜਲਦੀ ਵਾਪਸ ਆ ਰਹੇ ਹਾਂ। ਬਾਕੀ ਇਲੈਕਸ਼ਨ ਤੋਂ ਬਾਅਦ ਕੀ ਗੱਲਾਂ ਹੋਈਆਂ ਉਹਨਾਂ ਦੇ ਬਾਰੇ ਪ੍ਰੋਫੈਸਰ ਸਾਹਿਬ ਤੋਂ ਜਾਣਕਾਰੀ ਲੈਣੀ ਹੈ, ਕਿਉਂਕਿ ਹੱਲੇ ਇਲੈਕਸ਼ਨ ਦਾ ਪ੍ਰੋਸੈਸ ਅਜੇ ਵੀ ਚੱਲ ਰਿਹਾ ਹੈ ਔਰ ਕਾਫੀ ਲੰਮਾ ਚੱਲਣ ਦੀ ਉਮੀਦ ਹੈ। ਔਰ 20 ਜਨਵਰੀ ਜਦ ਤੱਕ ਸਹੁੰ ਚੁੱਕ ਨਹੀਂ ਹੋ ਜਾਂਦੀ ਤਦ ਤੱਕ ਇਹ ਚੱਲੇਗਾ। ਹੁਣੇ ਵਾਪਸ ਆ ਰਹੇ ਹਾਂ। ਮੁੱਦਾ USA ਦੇ ਪ੍ਰੋਗਰਾਮ ਵਿੱਚ ਵਾਪਸ ਤੁਹਾਡਾ ਸਵਾਗਤ ਹੈ। ਪ੍ਰੋਫੈਸਰ ਸਲੂਜਾ ਸਾਡੇ ਨਾਲ ਬਣੇ ਹੋਏ ਨੇ। ਪ੍ਰੋਫੈਸਰ ਸਾਹਿਬ, ਅਸੀਂ ਇਲੈਕਸ਼ਨ ਬਾਰੇ ਜੇ ਗੱਲ ਕਰ ਰਹੇ ਸੀ ਤੇ ਹੁਣ ਸਭ ਦੀਆਂ ਅੱਖਾਂ ਲੱਗੀਆਂ ਹੋਈਆਂ ਕਿ 14 ਤਰੀਕ ਨੂੰ ਕੁਝ ਹੋਣ ਜਾ ਰਿਹਾ ਹੈ। ਇਲੈਕਟੋਰਲ ਕਾਲਜ ਦਾ ਕੁਝ ਗਿਣਤੀ ਵਗੈਰਾ ਵੋਟਾਂ ਦੀ ਹੋ ਰਹੀ ਹੈ। ਉਹ ਕੀ ਹੋਏਗੀ, ਕਿੱਦਾਂ ਹੋਏਗੀ, ਕਿੱਥੇ ਹੋਏਗੀ? ਮੋਦੀ ਸਾਹਿਬ, ਪਿਛਲੇ ਇਲੈਕਸ਼ਨ ਦੇ ਵਿੱਚ ਕਿਸੇ ਦੇ ਦਿਮਾਗ ਵਿੱਚ ਨਹੀਂ ਸੀ ਆਉਂਦਾ ਕਿ ਜੀ ਇਲੈਕਟੋਰਲ ਕਾਲਜ ਜਿਹੜਾ ਹੈਗਾ ਉਹਨੇ ਇਕੱਠੇ ਹੋ ਕੇ ਸਟੇਟ ਕੈਪੀਟਲਸ ਦੇ ਵਿੱਚ ਵੋਟਾਂ ਪਾਣੀਆਂ ਔਰ ਉਹ ਇਲੈਕਟੋਰਲ ਕਾਲਜ ਦੀਆਂ ਜਿਹੜੀਆਂ ਵੋਟਾਂ ਨੇ ਉਹ ਫਿਰ ਬੰਦ ਲਿਫਾਫਿਆਂ ਵਿੱਚ ਬਾਕਾਇਦੇ ਗਵਰਨਰ ਜਿਹੜਾ ਹੈਗਾ ਉਹਨਾਂ ਨੂੰ ਸਾਈਨ ਕਰੇਗਾ। ਔਰ ਉਹ ਇੱਕ ਲੰਬੀ ਚੌੜੀ ਵਿਧੀ ਹੈ ਹਾਂਜੀ, ਜਿਸ ਨੂੰ ਪੂਰਾ ਕਰਕੇ ਉਹ ਇਲੈਕਟੋਰਲ ਕਾਲਜ ਵੋਟ ਜਿਹੜੇ ਹੈਗੇ ਕਿ ਕਿਸ ਕੈਂਡੀਡੇਟ ਨੂੰ ਕਿਤਨੇ ਇਲੈਕਟੋਰਲ ਵੋਟ ਮਿਲੇ ਹਨ ਉਹਦੀ ਇੱਕ ਤਸਦੀਕ ਕਰਕੇ ਗਵਰਨਰ ਜਿਹੜਾ ਹੈਗਾ ਉਸ ਨੂੰ ਭੇਜਦਾ ਕਾਂਗਰਸ ਦੇ ਪਾਸ। ਕਿ ਕਈ ਵਾਰੀ ਅਸੀਂ ਸੁਣਿਆ ਇੰਡੀਆ ਦੇ ਵਿੱਚ, ਇੱਥੇ ਨਹੀਂ ਸੁਣਿਆ, ਕਿ ਖਰੀਦੋ ਫਰੋਖਤ ਹੋ ਕੇ MLA ਖਰੀਦ ਲਏ ਤੇ ਸਟੇਟ ਦੀ ਜਿਹੜੀ ਜਿੱਤੀ ਹੋਈ ਪਾਰਟੀ ਹਾਰ ਜਾਂਦੀ, ਹਾਰੇ ਹੋਈ ਪਾਰਟੀ। ਇੱਥੇ ਕੁਝ ਇਹੋ ਜਿਹਾ ਤਾਂ ਨਹੀਂ ਹੋਣ ਦੀ ਉਮੀਦ? ਦੇਖੋ, ਪਿਛਲੇ ਇਲੈਕਸ਼ਨ ਦੇ ਵਿੱਚ 2 ਇਸ ਤਰੀਕੇ ਨਾਲ ਵੋਟਸ ਫਲਿੱਪ ਕੀਤੇ ਸੀਗੇ ਹਾਂਜੀ, ਟਰੰਪ ਸਾਹਿਬ ਦੇ ਫੇਵਰ ਵਿੱਚ। ਮਤਲਬ ਹਿਲਰੀ ਕਲਿੰਟਨ ਵੱਲੋਂ ਜਿੱਤ ਕੇ ਲੋਕਾਂ ਜੀ, ਨੇ ਜੀ, 2 ਬੰਦਿਆਂ ਨੇ ਵੋਟ ਟਰੰਪ ਨੂੰ ਪਾ ਦਿੱਤੀ। ਉਹਦੇ ਬਾਅਦ ਸੁਪਰੀਮ ਕੋਰਟ ਨੇ ਇੱਕ ਪਿੱਛੇ ਕਾਨੂੰਨ ਬਣਾਇਆ ਹਾਂਜੀ, ਜਿਹੜਾ ਕਿ ਜੁਲਾਈ 2020 ਦੇ ਵਿੱਚ, ਹਾਂਜੀ, ਜਿਹਦੇ ਵਿੱਚ ਉਹਨਾਂ ਨੇ ਕਿਹਾ ਕਿ ਜਿਹੜੇ ਲਾਜ਼ ਸਟੇਟ ਦੇ ਹੈ ਨੇ ਉਹਨਾਂ ਨੂੰ ਜੇ ਕੋਈ ਵਾਇਓਲੇਟ ਕਰਦਾ ਤੇ ਉਹਦੇ ਲਈ ਉਹਨਾਂ ਨੇ ਕੋਈ ਸਜ਼ਾ ਵੀ ਰੱਖੀ ਹੈ, ਪੈਨਲਟੀ ਵੀ ਰੱਖੀ ਹੈ। ਪਰ ਕੀ ਸਾਰੀਆਂ ਸਟੇਟਾਂ ਨੇ ਇਹੋ ਜਿਹਾ ਕੋਈ ਕਾਨੂੰਨ ਬਣਾਇਆ ਹੈ? ਨਹੀਂ, ਸਾਰੀਆਂ ਸਟੇਟ ਦੇ ਵਿੱਚ ਦੇਖੋ ਜੀ, ਜਿੱਥੇ ਤੱਕ ਮੈਨੂੰ ਯਾਦ ਹੈ ਮੋਦੀ ਸਾਹਿਬ, ਕਿ ਜਿਹੜੀਆਂ ਸਟੇਟਸ ਨੇ ਸਭ ਨੇ ਆਪਣਾ 48 ਸਟੇਟਸ ਜਿਹੜੀਆਂ ਨੇ ਔਰ ਵਾਸ਼ਿੰਗਟਨ DC ਦੀ ਜਿਹੜੀ ਸਟੇਟ ਹੈ ਉਹਨਾਂ ਨੇ ਕਿਹਾ ਕਿ ਜਿਹੜਾ ਪਪੂਲਰ ਵੋਟ ਜਿੱਤੇਗਾ ਹਾਂਜੀ ਉਸ ਨੂੰ ਹੀ ਸਾਰੀਆਂ ਡੈਲੀਗੇਟ ਵੋਟਸ ਮਿਲਣਗੀਆਂ ਜੀ। ਔਰ ਸਿਰਫ 2 ਸਟੇਟਸ ਐਸੀਆਂ ਹੈਗੀਆਂ ਨੇ ਜਿਨ੍ਹਾਂ ਨੇ ਮੇਨ ਹੈਗੀ ਤੇ ਇੱਕ ਦਾ ਨਾਮ ਨੇਬਰਾਸਕਾ ਹੈਗਾ, ਜਿੱਥੇ ਉਹਨਾਂ ਨੇ ਪ੍ਰੋਪੋਰਸ਼ਨਲ ਸਿਸਟਮ ਰੱਖਿਆ ਕਿ ਜਿਸ ਦੀਆਂ ਜਿੰਨੀਆਂ ਵੋਟਾਂ ਨੇ ਉਸ ਦੇ ਮੁਤਾਬਕ ਇਲੈਕਟੋਰਲ ਕਾਲਜ ਦੀਆਂ ਵੋਟਾਂ ਉਹਨਾਂ ਨੂੰ ਅਸੀਂ ਅਸਾਈਨ ਕਰ ਦਾਂਗੇ ਜੀ। ਲੇਕਿਨ ਕੁਝ ਸਟੇਟਸ ਨੇ ਬੜਾ ਸਪਸ਼ਟ ਕੀਤਾ ਹੋਇਆ ਕਿ ਬਈ ਕਿਸ ਤਰੀਕੇ ਦੇ ਨਾਲ ਇਲੈਕਟੋਰਲ ਕਾਲਜ ਦਾ ਵੋਟ ਪੈਣਾ। ਉਹਦੇ 'ਚ ਮੈਂ ਤੁਹਾਡੇ ਦਰਸ਼ਕਾਂ ਨੂੰ ਦੱਸਣਾ ਚਾਹਾਂਗਾ ਕਿ ਕੋਈ ਫੈਡਰਲ ਲਾਅ ਐਸਾ ਨਹੀਂ ਹੈਗਾ ਜਿਹੜਾ ਕਿ ਉਹਨਾਂ ਨੂੰ ਬਾਈਂਡ ਕਰਦਾ, ਮਜਬੂਰ ਕਰਦਾ ਕਿ ਤੁਸੀਂ ਇਸ ਤਰੀਕੇ ਨਾਲ ਵੋਟਾਂ ਦੇਣੀਆਂ। ਸਟੇਟ ਲਾਜ਼ ਹੁੰਦੇ ਆ ਜੀ। ਔਰ 32 ਸਟੇਟ ਜਿਹੜੀਆਂ ਹੈਗੀਆਂ ਔਰ ਡਿਸਟ੍ਰਿਕਟ ਆਫ ਕੋਲੰਬੀਆ ਹਾਂਜੀ, ਜਿਹੜਾ ਵਾਸ਼ਿੰਗਟਨ DC ਅਸੀਂ ਕਹਿੰਦੇ ਆ ਜੀ, ਉੱਥੇ ਬਿਲਕੁਲ ਇਹ ਇਲੈਕਟੋਰਲ ਕਾਲਜ ਇਲੈਕਟਰਸ ਜਿਹੜੇ ਹੈਗੇ ਉਹ ਬਾਉਂਡ ਨੇ
ਕਿ ਜਿਸ ਨੂੰ ਉਹਨਾਂ ਨੇ ਪਹਿਲਾਂ ਵੋਟ ਪਲੇਜ ਕੀਤੀ ਉਸੇ ਨੂੰ ਹੀ ਉਹ ਜਿਹੜਾ ਹੈਗਾ ਵੋਟ ਵੋਟ ਪਾਣ ਕੇ ਪਾਉਣ। ਦੂਸਰੇ ਨੂੰ ਨਹੀਂ ਪਾ ਸਕਦੇ। ਜੀ ਕਈ ਸਟੇਟਸ ਤੇ ਨੇ ਇਹਦੇ ਵਿੱਚ ਬਾਅਦ ਦੇ ਵਿੱਚ ਇੱਕ ਕਾਨੂੰਨ ਵੀ ਬਣਾ ਦਿੱਤਾ ਜੀ। ਕਿ ਜਿਹੜੇ ਇਲੈਕਟਰਸ ਜਿਹੜੇ ਹੈਗੇ ਜਿਨ੍ਹਾਂ ਨੂੰ ਉਹ ਕਹਿੰਦੇ ਫੇਥਲੈਸ ਇਲੈਕਟਰਸ, ਮਤਲਬ ਜਿਨ੍ਹਾਂ ਨੇ ਆਪਣਾ ਗਲਤ ਕੰਮ ਕੀਤਾ ਹੈ, ਹਾਂਜੀ ਉਹਨਾਂ ਦੇ ਲਈ ਉਹਨਾਂ ਨੇ ਪੈਨਲਟੀਜ਼ ਵੀ ਵਧਾਈਆਂ ਐਂਡ ਜਿਹਦੇ ਵਿੱਚ ਕਿ ਇਲੈਕਟਰ ਜਿਹੜਾ ਹੈਗਾ ਕੋਈ ਜੇ ਗਲਤ ਵੋਟ ਪਾਉਂਦਾ ਕਾਨੂੰਨ ਦੇ ਖਿਲਾਫ ਜਾ ਕੇ ਜੀ। ਕਿਸੇ ਹੋਰ ਨੂੰ ਵੋਟ ਪਾਉਂਦਾ, ਪਹਿਲੀ ਗੱਲ ਉਹ ਵੋਟ ਕੈਂਸਲ ਹੋ ਸਕਦੀ ਹੈ। ਜੀ ਦੂਸਰੀ ਗੱਲ ਉਸ ਬੰਦੇ ਨੂੰ ਜਿਹਨੇ ਕਿ ਐਸਾ ਕੀਤਾ ਉਹਨੂੰ ਜੇਲ੍ਹ ਵੀ ਹੋ ਸਕਦੀ 1 ਸਾਲ ਤੱਕ ਦੇ ਲਈ, ਜੀ ਜਾਂ $1000 ਜੁਰਮਾਨਾ ਵੀ ਹੋ ਹੋ ਸਕਦਾ। ਸਕਦਾ। ਇਹ ਇਸ ਕਰਕੇ ਕੀਤਾ ਗਿਆ। ਮੋਦੀ ਸਾਹਿਬ ਜਿਵੇਂ ਤੁਸੀਂ ਕਿਹਾ ਕਿ ਇੰਡੀਆ ਦੇ ਖਰੀਦੋ ਫਰੋਖਤ ਹੁੰਦੀ, ਉੱਥੇ ਤਾਂ ਬਹੁਤ ਖੁੱਲ੍ਹੇਆਮ ਹੁੰਦਾ, ਹਾਂਜੀ। ਇੱਥੇ ਇੰਨਾ ਕੋਈ ਇਸ ਤਰੀਕੇ ਨਾਲ ਨਹੀਂ ਹੁੰਦਾ। ਲੇਕਿਨ ਇੱਥੇ ਇੱਕ ਮੌਕਾ ਸੀਗਾ ਇਹੋ ਜਿਹਾ ਕਰਨ ਦਾ ਲੋਕਾਂ ਪਾਸ, ਔਰ ਉਸ ਨੂੰ ਰੋਕਣ ਦੇ ਲਈ ਸੁਪਰੀਮ ਕੋਰਟ ਨੇ ਰੋਕ ਦਿੱਤਾ। ਰੋਕਿਆ, ਕਾਨੂੰਨ ਬਣਾਇਆ। ਇੱਕ ਹੋਰ ਮੈਂ ਮਜ਼ੇਦਾਰ ਗੱਲ ਜਿਹੜੀ ਕਿ ਮੈਂ, ਕਿਉਂਕਿ ਮੈਂ ਵੀ ਇੰਡੀਆ ਤੋਂ ਆਇਆ ਔਰ ਮੈਂ ਦੇਖੀ ਕਿ ਰਨ ਆਫ ਇਲੈਕਸ਼ਨ ਹੋਏਗੀ ਜੀ। ਹਾਲਾਂਕਿ ਦੋਨੇ ਜਾਰਜੀਆ ਦੇ ਕੈਂਡੀਡੇਟ ਜਿਹੜੇ ਉਹ ਕਾਫੀ ਵੋਟਾਂ ਨਾਲ ਅੱਗੇ ਚੱਲ ਰਹੇ ਸੀ ਆਪਣੇ ਵਿਰੋਧੀ ਤੋਂ, ਪਰ ਉਹਨਾਂ ਨੂੰ ਜੇਤੂ ਨਹੀਂ ਘੋਸ਼ਿਤ ਕੀਤਾ ਗਿਆ। ਇਹਦਾ ਕੀ ਕਾਰਨ ਹੈ? ਤੁਸੀਂ ਭਾਰਤ ਦੀ ਗੱਲ ਕੀਤੀ, ਮੋਦੀ ਸਾਹਿਬ ਉੱਥੇ ਤਾਂ ਇੱਕ ਵੋਟ ਨਾਲ ਵੀ ਕੋਈ ਜਿੱਤ ਗਿਆ ਤੇ ਜਿੱਤ ਗਿਆ। ਜਿੱਤ ਗਿਆ। ਇੱਥੇ ਇੱਕ ਇਸ ਤਰੀਕੇ ਨਾਲ ਰੱਖਿਆ ਹੋਇਆ ਕਿ ਜਿਸ ਨੂੰ 50% ਵੋਟ ਤੋਂ ਘੱਟ ਮਿਲਦਾ, ਹਾਂਜੀ ਜੇਤੂ ਜਿਹੜਾ ਵੀ ਹੋਏਗਾ ਉਹਨੂੰ 50% ਜਾਂ 50% ਤੋਂ ਜ਼ਿਆਦਾ ਵੋਟ ਹੋਣੇ ਚਾਹੀਦੇ ਆ। ਟੋਟਲ ਪੋਲ ਹੋਈਆਂ ਵੋਟਾਂ ਦਾ ਅੱਧ ਤੋਂ ਜ਼ਿਆਦਾ ਅੱਧ ਵੋਟ ਤੋਂ ਉਹਨੂੰ ਜ਼ਿਆਦਾ ਮਿਲਣਾ ਹੋਵੇ ਚਾਹੀਦਾ। ਤਾਂ ਉਹ ਮੰਨਿਆ ਜਾਂਦਾ ਕਿ ਭਾਈ ਮੈਜੋਰਿਟੀ ਉਹਦੇ ਨਾਲ ਹੈ। ਜਿੱਤਿਆ, ਹਾਂ। ਹੈ ਨਾ? ਇਹ ਮੈਜੋਰਿਟੀ ਦਾ ਹੈਗਾ ਕਿ ਭਾਈ 50.1% ਹੋ ਜਾਏ ਫਿਰ ਵੀ ਠੀਕ ਹੈ, ਮਤਲਬ 50% ਤੋਂ ਚਾਹੇ ਇੱਕ ਵੋਟ ਉੱਪਰ ਹੋਵੇ, ਉੱਪਰ ਹੋਵੇ। ਲੇਕਿਨ ਉਹਦੇ ਵਿੱਚ ਹੋਰ ਹੋਤੀ ਸਾਹਿਬ ਬੜੇ ਮਜ਼ੇ ਦੀ ਗੱਲ ਹੈ, ਇੱਥੇ ਇਹਦੇ ਨਾਲ ਇੱਕ ਹੋਰ ਕਾਨੂੰਨ ਵੀ ਹੈਗਾ ਹਾਂਜੀ। ਕਿ ਜੇ ਕੋਈ ਡਿਫਰੈਂਸ ਜ਼ਿਆਦਾ ਨਹੀਂ ਹੈਗਾ ਤੇ ਫਿਰ ਰੀਕਾਊਂਟ ਵੀ ਹੋ ਸਕਦਾ। ਨਹੀਂ, ਰੀਕਾਊਂਟ ਉਹ ਤੇ different ਚਲੋ ਹੈ। ਆਪਾਂ ਬੜੇ ਦੇਖੇ ਟਰੰਪ ਸਾਹਿਬ ਦੇ ਜੀ। ਇਸ ਚੱਕਰ ਦੇ ਵਿੱਚ। ਲੇਕਿਨ ਤੁਹਾਡੀ ਜਿਹੜਾ ਸਵਾਲ ਸੀਗਾ ਉਹਦਾ ਜਵਾਬ ਹੈਗਾ ਕਿ ਜਿਹੜਾ 50% ਦੋਹਾਂ ਕੈਂਡੀਡੇਟਸ ਕੋਲ 50% ਵੋਟ ਨਾ ਆਣਾ, ਉਹ ਰਨ ਆਫ ਦੁਬਾਰਾ ਉਹ ਨਵੀਂ ਫਿਰ ਇਹਦਾ election, ਮਤਲਬ ਹੋ ਗਿਆ ਕਿ ਦੁਬਾਰਾ ਦੌੜ ਲਗਾਓ। ਦੁਬਾਰਾ ਰਨ ਆਫ। ਰਨ ਆਫ ਦਾ ਮਤਲਬ ਹੋ ਗਿਆ ਕਿ ਤੁਹਾਡੀ ਦੌੜ ਪੂਰੀ ਨਹੀਂ ਹੋਈ ਹਾਂਜੀ। ਮਿੱਤਰੋ, ਤੁਸੀਂ ਦੁਬਾਰਾ ਦੌੜ ਦੇ ਵਿੱਚ ਜਾਓ ਤੇ ਜਿਹੜਾ ਫਿਰ ਜਿੱਤੇਗਾ ਉਹਨੂੰ ਅਸੀਂ ਮੰਨ ਲਵਾਂਗੇ। ਹੁਣ ਜਨਵਰੀ ਦੇ ਕੁਝ ਦਿਨ ਬੜੇ ਇੰਪੋਰਟੈਂਟ ਹੋ ਰਹੇ ਆ। ਹਾਊਸ ਦਾ ਗਠਨ ਕਦੋਂ ਹੋਣਾ ਤੇ 6 ਜਨਵਰੀ ਨੂੰ ਪਾਰਟਿਕੂਲਰ ਕੀ ਹੋ ਰਿਹਾ? ਦੁਬਾਰਾ ਸਵਾਲ ਪੁੱਛੋ। ਹਾਊਸ ਦਾ ਗਠਨ ਹੋ ਰਿਹਾ ਜਨਵਰੀ ਦੇ ਵਿੱਚ, ਤੇ ਖਾਸ ਤੌਰ ਤੇ ਸਾਡੇ ਦਰਸ਼ਕਾਂ ਨੂੰ ਇਹ ਦੱਸੋ ਕਿ 6 ਜਨਵਰੀ ਨੂੰ ਕੀ ਹੋਣਾ? ਉਸ ਤੋਂ ਪਹਿਲਾਂ 5 ਜਨਵਰੀ ਨੂੰ ਜਿਹੜਾ ਰਨ ਆਫ ਇਲੈਕਸ਼ਨ ਦੀ ਗੱਲ ਕਰ ਰਹੇ ਹੋ, ਹਾਂਜੀ। ਇਹ ਹੋਣਾ। ਔਰ 6 ਜਨਵਰੀ ਨੂੰ ਜਿਹੜੇ ਹਾਂਜੀ। ਕਿ ਕੱਲ 14 ਤਰੀਕ ਸੋਮਵਾਰ ਨੂੰ ਇਲੈਕਟਰਸ ਨੇ, ਇਲੈਕਟਰਲ ਕਾਲਜ ਨੇ ਆਪਣੇ ਸਟੇਟ ਹੈੱਡਕੁਆਰਟਰਸ ਦੇ ਵਿੱਚ ਕੈਪੀਟਲ ਦੇ ਮਿਲ ਕੇ ਜਿਹੜੇ ਵੋਟ ਪਾਣੇ ਆ, ਉਹ ਸਾਰੇ ਵੋਟ ਸਰਟੀਫਾਈ ਹੋ ਕੇ ਜਿਹੜੇ ਕਾਂਗਰਸ ਨੂੰ ਚਲੇ ਜਾਣੇ ਹਨ ਜੀ। ਉਹ 6 ਤਰੀਕ ਨੂੰ ਕਾਂਗਰਸ ਔਰ ਸੈਨੇਟ ਜੀ। ਦੋਵਾਂ ਦਾ ਇੱਕ ਜੁਆਇੰਟ ਸੈਸ਼ਨ ਜੀ। ਬੁਲਾਇਆ ਜਾਏਗਾ, ਜੀ। ਜਿਹਦੀ ਪ੍ਰਧਾਨਗੀ ਵਾਈਸ ਪ੍ਰੈਜ਼ੀਡੈਂਟ ਮਾਈਕ ਪੈਂਸ ਕਰ ਮਾਈਕ ਰਹੇ। ਪੈਂਸ ਕਰੇਗਾ। ਹੂੰ। ਔਰ ਉਹਦੇ ਵਿੱਚ 2 ਸਦਨ ਤੋਂ ਕਾਂਗਰਸ ਤੇ ਔਰ 2 ਸੈਨੇਟ ਤੇ ਰਿਪਰੈਜ਼ੈਂਟੇਟਿਵਸ ਹੋਣਗੇ ਜੀ। ਔਰ ਉਹਨਾਂ ਨੇ ਅਨਾਉਂਸ ਕਰਨਾ ਕਿ ਫਲਾਣੇ ਨੂੰ ਨੂੰ ਜ਼ਿਆਦਾ ਫਲਾਣੇ ਵੋਟਾਂ ਵੋਟ ਮਿਲੇ, ਫਲਾਣੇ ਨੂੰ ਕਿਤਨੇ ਮਿਲੇ। ਔਰ ਉਹਨਾਂ ਨੇ ਬਾਕਾਇਦੇ ਜਿਹਨੂੰ ਕਹਿੰਦੇ ਕਿ ਡਿਕਲੇਅਰ ਕਰਨਾ ਕਿ ਕਿ ਕਿਸ ਫਲਾਣਾ ਨੂੰ 270 ਤੋਂ ਉੱਪਰ ਵੋਟ ਹਾਂ, ਕਿਹਨਾਂ ਕਿ ਮਿਲੇ। ਕਿਹੜਾ ਜਿੱਤਿਆ। ਜੀ। ਔਰ ਜਿੱਤਣ ਦੇ ਲਈ ਘੱਟੋ ਘੱਟ ਵੋਟ ਜਿਹੜੇ ਹੈਗੇ 270 ਹੈ। ਔਰ ਮੈਂ ਇਸ ਵੇਲੇ ਹੋਤੀ ਸਾਹਿਬ ਤੁਹਾਡੇ ਦਰਸ਼ਕਾਂ ਨੂੰ ਦੱਸਣਾ ਚਾਹਨਾ ਜੀ। ਕਿ ਅੱਜ ਦੀ ਜਿਹੜੀ ਸਥਿਤੀ ਹੈ ਉਹਦੇ ਵਿੱਚ ਟੋਟਲ ਜਿਹੜੇ ਵੋਟਸ ਹੈਗੇ 538 ਹੈ ਨੇ। ਜੀ। ਔਰ ਉਹਨਾਂ ਵਿੱਚੋਂ 306 ਬਾਈਡਨ ਸਾਹਿਬ ਦੇ ਪਾਸ ਹੈ ਜੀ। ਔਰ 232 ਟਰੰਪ ਸਾਹਿਬ ਦੇ ਟਰੰਪ ਪਾਸ। ਸਾਹਿਬ ਦੇ ਪਾਸ ਹੈ। ਦੇਖਦੇ ਹਾਂ ਕੱਲ ਇਲੈਕਟਰਲ ਕਾਲਜ ਦੀ ਜਿਹੜੀ ਵੋਟਿੰਗ ਹੈ ਉਹ ਕਿੱਧਰ ਨੂੰ ਜਾਂਦੀ ਉਹ ਹੈ। ਕਿੱਧਰ ਨੂੰ ਜਾਂਦੀ ਹੈ। ਇੱਕ ਸੰਭਾਵਨਾ ਦੇ ਉੱਤੇ ਆਪਾਂ ਗੱਲ ਕਰ ਰਹੇ ਸੀ ਕਿ ਟਰੰਪ ਸਾਹਿਬ ਜੇਲ੍ਹ ਜਾਣਗੇ, ਕਿਉਂਕਿ ਨਿਊਯਾਰਕ ਦੇ ਜਿਹੜੇ ਟੈਕਸ ਦੇ ਬੜੇ ਰੌਲੇ ਉਹਨਾਂ ਦੇ ਚੱਲ ਰਹੇ ਆ ਔਰ ਬਹੁਤ ਸਾਰੀਆਂ ਪ੍ਰੋਬਲਮਾਂ ਜਿਹੜਾ ਅਟਾਰਨੀ ਆਫ ਮੈਨਹੈਟਨ ਹੈ ਉਹ ਕੱਢ ਕੇ ਬੈਠਾ ਹੋਇਆ। ਤੁਹਾਨੂੰ ਕੀ ਲੱਗਦਾ ਹੈ? ਮੇਰਾ ਖਿਆਲ ਹੈ ਕਿ ਇਹੋ ਜਿਹੀ ਕੋਈ ਜਿਹੜੀ ਸੰਭਾਵਨਾ ਜਿਹੜੀ ਹੈਗੀ ਉਹਦੇ ਬਾਰੇ ਵਿਚਾਰ ਕਰਨਾ ਹੀ ਮੇਰਾ ਖਿਆਲ ਹੈ ਉਚਿਤ ਨਹੀਂ ਹੈ,
क्योंकि कानून है, कानून ਦੇ ਮੁਤਾਬਕ ਜੋ ਕੁਝ ਹੋਣਾ ਕੱਲ ਨੂੰ ਹੋਏਗਾ। लेकिन अगर किसी के उपर कोई केस चल रहा है, कोई ਉਹਦੇ मुकदमा चल रहा है और कोई सीरीयस मुकदमा है, तो उसका बारे ਅਸੀਂ ਇਹ ਤਾਂ ਮੰਨ ਹੀ ਸਕਦੇ ਹਾਂ ਕਿ ਉਹਦਾ ਨਤੀਜਾ ਵੀ ਮਾੜਾ ਹੋ ਸਕਦਾ। ਆਖਰੀ ਸਵਾਲ ਜੀ, ਇਸ ਡਿਸਕਸ਼ਨ ਦਾ ਆਖਰੀ ਸਵਾਲ ਮੈਂ ਪੁੱਛਦਾ ਕਿ ਕਈ ਸੰਭਾਵਨਾ ਕਈ ਵਾਰੀ ਆ ਰਹੀਆਂ ਮਾਰਕੀਟ ਦੇ ਵਿੱਚ, ਕਦੀ ਹੌਲੀ ਕਦੀ ਉੱਚੀ, ਕੀ ਟਰੰਪ ਸਾਹਿਬ ਆਪਣੇ ਆਪ ਨੂੰ ਤੇ ਆਪਣੇ ਪਰਿਵਾਰ ਨੂੰ ਮਾਫੀ ਦੇ ਸਕਦੇ ਆ ਜਾਂ ਦੇਣਗੇ? देखो जी, कानूनी ਜਿਹੜੇ ਗਿਆਨ ਰੱਖਣ ਵਾਲੇ ਬੰਦੇ ਹੈਗੇ, ਜਿਹੜੇ ਜਿਨ੍ਹਾਂ ਨੂੰ ਮੈਂ ਕਹਾਂ ਕਿ ਕਾਨੂੰਨ ਦਾ ਗਿਆਨ ਹੈ ਜੀ, ਉਹਨਾਂ ਦਾ ਤੇ ਕਹਿਣਾ ਹੈਗਾ ਕਿ ਟਰੰਪ ਆਪਣੇ ਆਪ ਨੂੰ ਮਾਫ ਨਹੀਂ ਕਰ ਸਕਦੇ। ਉਹਨਾਂ ਦੇ ਜਿਹੜੇ ਕਾਰਨ ਵੀ ਦੱਸੇ ਆ, ਉਹਨਾਂ ਨੇ ਜੋ ਆਰਗੂਮੈਂਟ ਦਿੱਤੇ ਉਹ ਬਿਲਕੁਲ ਵੈਲਿਡ ਹੈ ਜੀ, ਕਿਉਂਕਿ ਕਿਤੇ ਵੀ ਸੰਵਿਧਾਨ ਦੇ ਵਿੱਚ ਆਪਣਾ ਨਹੀਂ ਕਿਹਾ ਗਿਆ ਕਿ ਪ੍ਰੈਜ਼ੀਡੈਂਟ ਆਪਣੇ ਆਪ ਨੂੰ ਮਾਫ ਕਰ ਸਕਦਾ। ਉਹ ਲਿਖਿਆ ਕਿ ਪਾਰਡਨ ਗ੍ਰਾਂਟ ਕਰ ਸਕਦਾ ਜੀ, ਗ੍ਰਾਂਟ ਆਪਣੇ ਆਪ ਨੂੰ ਨਹੀਂ ਕੀਤੀ ਜਾ ਸਕਦੀ, ਗ੍ਰਾਂਟ ਨਹੀਂ ਦਿੱਤੀ ਜਾ ਸਕਦੀ। ਮੈਂ ਉਹ ਕਹਿਣਾ ਕਾਰਨ ਉਹਨਾਂ ਦੇ ਜਿਹੜੇ ਦੱਸੇ ਬਹੁਤ ਲੰਬਾ ਚੌੜਾ ਇੱਕ ਮਸਲਾ ਹੈਗਾ। ਕਦੀ ਫਿਰ ਇਸ ਉੱਤੇ ਅਲੱਗ ਤੋਂ ਬੈਠ ਕੇ ਅਗਰ ਆਪਾਂ ਜੇ ਚਰਚਾ ਕਰੀਏ ਜ਼ਿਆਦਾ ਅੱਛਾ ਰਹੇਗਾ। ਫਿਲਹਾਲ ਆਪਣੇ ਆਪ ਨੂੰ ਤਾਂ ਸਪਸ਼ਟ ਰੂਪ ਨਾਲ ਨਹੀਂ ਕਰ ਸਕਦਾ, ਔਰ ਜ਼ਾਹਿਰ ਹੈ ਕਿ ਅਗਰ ਥੋੜਾ ਵੀ ਐਥਿਕਸ ਨੂੰ ਮੰਨੀਏ, ਥੋੜਾ ਜਿਹਾ ਵੀ ਆਪਾਂ ਇਹਨੂੰ ਕਹੀਏ ਕਿ ਨੈਤਿਕਤਾ ਨੂੰ ਮੰਨੀਏ, तो फिर मेरा ख्याल नहीं कि किसी भी राष्ट्रपति ਇਹੋ ਜਿਹਾ ਕੋਈ ਕਦਮ ਸੋਚਣਾ ਚਾਹੀਦਾ ਕਿ ਆਪਣੇ ਬੱਚਿਆਂ ਨੂੰ ਪਾਰਡਨ ਕਰ ਦੇ। ਸ਼ਾਇਦ ਇਹ ਪਾਵਰ ਉਹਦੇ ਪਾਸ ਹੋਵੇ, ਲੇਕਿਨ ਮੇਰਾ ਖਿਆਲ ਨਹੀਂ ਕਿ ਜਿਸ ਤਰੀਕੇ ਨਾਲ ਟਰੰਪ ਸਾਹਿਬ ਨੇ ਫਲਿੰਟ ਸਾਹਿਬ ਨੂੰ ਪਾਰਡਨ ਕਰ ਦਿੱਤਾ, ਹੋਰਨਾਂ ਨੂੰ ਕਰ ਦਿੱਤਾ, तो ਉਹੋ ਜਿਹੀ ਕੋਈ ਆਪਣੇ ਪਰਿਵਾਰ ਦੇ ਲੋਕਾਂ ਉੱਤੇ ਉਹ ਕੋਈ ਇਹੋ ਜਿਹਾ ਕਰਨ ਲਾਗੂ ਕਰਕੇ ਉਹਨਾਂ ਨੂੰ ਮਾਫ ਕਰਨੇ, ਇਹ ਉਚਿਤ ਵੀ ਨਹੀਂ ਹੋਏਗਾ। ਸੋ ਪ੍ਰੋਫੈਸਰ ਸਾਹਿਬ ਸਾਡਾ ਟਾਈਮ ਹੁਣ ਖਤਮ ਹੋਣ ਵੱਲ ਜਾ ਰਿਹਾ। ਤੁਹਾਡਾ ਬਹੁਤ ਬਹੁਤ ਧੰਨਵਾਦ ਪੀਟੀਸੀ ਦੇ ਨਾਲ ਇਸ ਇਲੈਕਸ਼ਨ ਦੇ ਪ੍ਰੋਸੈਸ ਦੇ, ਕਿਉਂਕਿ ਇਹ ਬਹੁਤ ਜ਼ਿਆਦਾ ਕਦੀ ਲੋੜ ਨਹੀਂ ਪਈ ਲੋਕਾਂ ਨੂੰ ਇਹਦੇ ਬਾਰੇ ਸਮਝਣ ਦੀ ਜਾਂ ਇਹਦੇ ਬਾਰੇ ਜਾਣਕਾਰੀ ਰੱਖਣ ਦੀ, ਪਰੰਤੂ ਇਸ ਵਾਰ ਕਿਉਂਕਿ ਟਰੰਪ ਸਾਹਿਬ ਅਜੇ ਵੀ ਕਹਿ ਰਹੇ ਕਿ ਮੈਂ ਜਿੱਤਿਆ, ਸੋ ਲੋਕ ਬੜੇ ਕੌਨਸ਼ੀਅਸ ਧਿਆਨ ਦੇ ਨਾਲ ਇਸ ਗੱਲ ਨੂੰ ਸੁਣ ਰਹੇ ਆ। ਸੋ ਇਸ ਦੇ ਬਾਰੇ ਤੁਹਾਡਾ ਬਹੁਤ ਬਹੁਤ ਧੰਨਵਾਦ। ਹੋਤੀ ਸਾਹਿਬ, ਬਹੁਤ ਬਹੁਤ ਤੁਹਾਡਾ ਧੰਨਵਾਦ ਮੈਨੂੰ ਯਾਦ ਕਰਨ ਦਾ। ਲੇਕਿਨ ਮੈਂ ਜਾਂਦੇ ਗੱਲ ਕਹਿਣਾ ਚਾਹੂੰਗਾ ਕਿ ਭਾਰਤ ਦੇ ਸਾਡੇ ਜਿਹੜੇ ਦਰਸ਼ਕ ਹੈਗੇ ਜੀ, ਉਹਨਾਂ ਨੂੰ ਬਹੁਤ ਹੀ ਆਨੰਦ ਆ ਰਿਹਾ ਹੋਏਗਾ ਕਿ ਅਮਰੀਕਾ ਵਿੱਚ ਵੀ ਇਹ ਹੁੰਦਾ ਜੀ। ਭਾਰਤ ਦੇ ਤਾਂ ਉਹਨਾਂ ਨੂੰ ਆਦਤ ਪਈ ਹੈ ਜੀ ਕਿ ਹਰ ਗੱਲ ਉੱਤੇ ਇਲਜ਼ਾਮ ਲਗਾਏ ਜਾਂਦੇ ਹਨ ਜੀ, ਘਪਲਾ ਹੋ ਗਿਆ ਜੀ, ਇਹਦੇ 'ਚ ਵੋਟ ਕਾਊਂਟਿੰਗ ਹੋ ਗਈ ਜੀ, ਮਸ਼ੀਨਾਂ ਜਿਹੜੀਆਂ ਸੀਗੀਆਂ ਉਹ ਵੋਟਾਂ ਇੱਧਰ ਦੀਆਂ ਉੱਧਰ ਪਾ ਦਿੱਤੀਆਂ ਮਸ਼ੀਨ ਨੇ। ਲੇਕਿਨ ਮੇਰਾ ਖਿਆਲ ਹੈ ਭਾਰਤ ਦੇ ਦਰਸ਼ਕਾਂ ਨੂੰ ਆਨੰਦ ਆਇਆ ਹੋਗਾ ਇਸ ਵਾਰੀ ਕਿ ਭਾਈ ਅਮਰੀਕਾ ਵਰਗੇ ਦੇਸ਼ ਦੇ ਵਿੱਚ ਜਿਹੜਾ ਆਪਣੇ ਆਪ ਨੂੰ ਕਹਿੰਦਾ ਕਿ ਜਿਹੜੀ ਪ੍ਰਜਾਤੰਤਰ ਦਾ ਸਭ ਤੋਂ ਵੱਡਾ ਮੋਢੀ, ਉੱਥੇ ਵੀ ਇਹੋ ਜਿਹੀਆਂ ਗੱਲਾਂ ਹੁੰਦੀਆਂ ਹਨ। ਸੋ ਦਰਸ਼ਕੋ, ਇਸੇ ਦੇ ਨਾਲ ਸਾਡਾ ਸਮਾਂ ਸਮਾਪਤ ਹੁੰਦਾ। ਪ੍ਰੋਫੈਸਰ ਸਾਹਿਬ ਦਾ ਬਹੁਤ ਬਹੁਤ ਧੰਨਵਾਦ। ਪਰ ਮੈਂ ਦਰਸ਼ਕਾਂ ਨੂੰ ਇੱਕ ਦੱਸ ਦੇਣਾ ਚਾਹਾਂਗਾ ਕਿ ਅਮਰੀਕਾ ਦੀ ਇਲੈਕਸ਼ਨ ਤੇ ਇੰਡੀਆ ਦੀ ਇਲੈਕਸ਼ਨ ਦੇ ਵਿੱਚ ਫਰਕ ਸਿਰਫ ਇੰਨਾ ਹੀ ਹੈ ਕਿ ਇੱਥੇ ਵੋਟ ਕਾਗਜ਼ ਦੇ ਉੱਤੇ ਪੈਂਦੀ ਹੈ, ਬੰਦਾ ਕਾਗਜ਼ ਦੇ ਉੱਤੇ ਵੋਟ ਪਾਉਂਦਾ, ਫਿਰ ਉਸ ਨੂੰ ਸਕੈਨ ਕੀਤਾ ਜਾਂਦਾ। ਪਰ ਇੰਡੀਆ ਦੇ ਵਿੱਚ ਵੋਟ ਜੋ ਪੈਂਦੀ ਹੈ ਮਸ਼ੀਨ ਤੇ ਪੈਂਦੀ ਹੈ ਔਰ ਕਾਗਜ਼ ਨਹੀਂ ਵਰਤਿਆ ਜਾਂਦਾ, ਔਰ ਉਸ ਨੂੰ ਦੁਬਾਰਾ ਗਿਣਤੀ ਕਰਨ ਦਾ ਵੀ ਸਿਰਫ ਇਹੀ ਹੈ ਕਿ ਸਿਰਫ ਮਸ਼ੀਨ ਦੇ ਵਿੱਚੋਂ ਡਾਟਾ ਕੱਢਿਆ ਜਾ ਸਕਦਾ। ਪਰ ਇੱਥੇ ਜਿਹੜੀਆਂ ਵੋਟਾਂ ਫਿਜ਼ੀਕਲ ਤੌਰ ਤੇ ਪਈਆਂ ਹੁੰਦੀਆਂ, ਉਹਨਾਂ ਨੂੰ ਕਦੋਂ ਵੀ ਕੱਢ ਕੇ ਦੁਬਾਰਾ ਗਿਣਤੀ ਕੀਤੀ ਜਾ ਸਕਦੀ ਹੈ। ਜਿਵੇਂ ਕਿ ਜਾਰਜੀਆ ਦੇ ਕੇਸ ਹੋਇਆ ਜਾਂ ਕਿਤੇ ਵੀ ਕੋਈ ਵੀ ਹਾਰਨ ਵਾਲਾ ਜਾਂ ਜਿੱਤਣ ਵਾਲਾ ਕਹਿ ਸਕਦਾ ਕਿ ਇਸ ਨੂੰ ਦੁਬਾਰਾ ਗਿਣਤੀ ਕਰੋ, ਔਰ ਵੋਟਾਂ ਦੇ ਥੱਬੇ ਕੱਢ ਕੇ ਦੁਬਾਰਾ ਉਸ ਨੂੰ ਗਿਣਤੀ ਕਰ ਲਈ ਜਾਂਦੀ ਹੈ। ਬਿਲਕੁਲ ਠੀਕ ਹੈ। ਸੋ ਇੱਥੇ ਹੀ ਸਮਾਪਤ ਹੁੰਦੇ ਹਾਂ। ਦੁਬਾਰਾ ਫਿਰ ਕਿਸੇ ਹੋਰ ਮੁੱਦੇ ਦੇ ਨਾਲ, ਕਿਸੇ ਹੋਰ ਗੱਲਬਾਤ ਦੇ ਨਾਲ ਤੁਹਾਡੇ ਰੂਬਰੂ ਹੋਵਾਂਗੇ। ਇਜਾਜ਼ਤ ਦਿਓ। ਧੰਨਵਾਦ।